ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ। ਗੁਰੂ ਅਰਜਨ ਦੇਵ ਜੀ ਬਾਣੀ ਉਚਾਰ ਰਹੇ ਨੇ। ਗੁਰੂ ਅਮਰਦਾਸ ਜੀ ਦੇ ਸਪੁੱਤਰ ਬਾਬਾ ਮੋਹਨ ਜੀ ਬਹੁਤ ਬੰਦਗੀ ਕਰਦੇ ਸੀ, ਬੜਾ ਨਾਮ ਜਪਦੇ ਸੀ। ਗੁਰੂ ਅਰਜਨ ਦੇਵ ਜੀ ਦੇ ਮਾਮਾ ਜੀ ਸਨ। ਉਹਨਾਂ ਦੇ ਕੋਲ ਪਹਿਲੇ ਗੁਰੂਆਂ ਦੀ ਜਿੰਨੀ ਵੀ ਬਾਣੀ ਸੀ ਇਕੱਤਰ ਕੀਤੀ, ਉਹਨਾਂ ਦੇ ਕੋਲ ਸੀ। ਇਹ ਗੁਰੂ ਨਾਨਕ ਸਾਹਿਬ ਜੀ ਦੀ, ਗੁਰੂ ਅੰਗਦ ਦੇਵ ਜੀ ਦੀ ਤੇ ਗੁਰੂ ਅਮਰਦਾਸ ਜੀ ਦੀ ਜਿੰਨੀ ਵੀ ਬਾਣੀ ਸੀ ਤਿੰਨਾਂ ਗੁਰੂਆਂ ਦੀ, ਮੋਹਨ ਜੀ ਨੇ ਸਾਰੀ ਇਕੱਤਰ ਕਰਕੇ ਰੱਖੀ ਸੀ। ਸਾਰੀਆਂ ਸੈਂਚੀਆਂ ਗੁਰੂਆਂ ਦੀਆਂ ਬਾਣੀ ਦੀਆਂ ਪੋਥੀਆਂ ਉਹਨਾਂ ਕੋਲ ਸਨ। ਜਿਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰੂਪ ਸਾਰੀ ਬਾਣੀ ਲਿਖਣੀ ਸੀ ਤੇ ਫਿਰ ਇਹਨਾਂ ਪੋਥੀਆਂ ਦੀ ਬਾਣੀ ਦੀ ਜ਼ਰੂਰਤ ਸੀ, ਲੋੜ ਸੀ। ਗੁਰੂ ਅਰਜਨ ਦੇਵ ਜੀ ਲੈਣ ਆਏ ਸਨ ਅੰਮ੍ਰਿਤਸਰ ਤੋਂ। ਬੋਲ ਚਾਲ ਕੋਈ ਹੈ ਨਹੀਂ ਸੀ ਇੰਨਾ, ਕਿਉਂਕਿ ਮੋਹਨ ਜੀ ਸਨ ਤਿਆਗੀ ਵਿਰਾਗੀ, ਹਰ ਵੇਲੇ ਚੁਬਾਰੇ ਵਿੱਚ ਭਗਤੀ ਕਰਦੇ ਸੀ। ਗੁਰੂ ਰਾਮਦਾਸ ਜੀ ਮਹਾਰਾਜ ਗੋਇੰਦਵਾਲ ਸਾਹਿਬ ਤੋਂ ਚਲੇ ਗਏ ਸਨ। ਗੁਰੂ ਅਮਰਦਾਸ ਜੀ ਮਹਾਰਾਜ ਨੇ ਹੁਕਮ ਕੀਤਾ ਸੀ ਕਿ ਇੱਥੇ ਕੋਈ ਈਰਖਾ ਦਵੈਸ਼ ਨਾ ਵਧੇ, ਤੁਸੀਂ ਇੱਥੇ ਨਹੀਂ ਰਹਿਣਾ, ਪੁੱਤਰਾਂ ਦੇ ਨਾਲ ਟਕਰਾਅ ਨਾ ਵਧੇ। ਤੇ ਇੱਥੋਂ ਤੁਸੀਂ ਕਿਨਾਰਾ ਕਰ ਲੈਣਾ। ਇਸ ਕਰਕੇ ਗੁਰੂ ਰਾਮਦਾਸ ਜੀ ਜਵਾਈ ਸਨ ਇਸ ਘਰ ਦੇ, ਘਰ ਵਿੱਚ ਹੀ ਜਵਾਈ ਰਹਿੰਦਾ ਸੀ। ਗੁਰੂ ਰਾਮਦਾਸ ਜੀ ਭਾਈ ਜੇਠਾ ਜੀ ਬਹੁਤ ਗਰੀਬ ਸੀ, ਉਹਨਾਂ ਦਾ ਕੋਈ ਸਹਾਰਾ ਹੈ ਨਹੀਂ ਸੀ। ਮਾਤਾ ਪਿਤਾ ਤੋਂ ਬਾਅਦ ਉਹਨਾਂ ਦੀ ਨਾਨੀ ਨੇ ਪਾਲਿਆ ਸੀ। ਨਾਨੀ ਤੋਂ ਫਿਰ ਉਹ ਘੁੰਗਣੀਆਂ ਵੇਚਦੇ ਸਨ। ਜੇਠਾ ਜੀ ਘੁੰਗਣੀਆਂ ਵੇਚਿਆ ਕਰਦੇ ਸੀ। ਗੋਇੰਦਵਾਲ ਸਾਹਿਬ ਸੰਗਤ ਬੜੀ ਜੁੜਦੀ ਸੀ ਗੁਰੂ ਅਮਰਦਾਸ ਮਹਾਰਾਜ ਕੋਲ। ਸੇਵਾ ਚੱਲਦੀ ਸੀ ਬੌਲੀ ਸਾਹਿਬ ਦੀ, ਬੜੀ ਸੰਗਤ ਜੁੜਦੀ ਸੀ। ਉੱਥੇ ਉਹ ਘੁੰਗਣੀਆਂ ਵੇਚਦੇ ਸੀ। ਘੁੰਗਣੀਆਂ ਵੇਚਦਿਆਂ ਵੇਚਦਿਆਂ ਐਸੀ ਲਗਨ ਲੱਗੀ ਕਿ ਘੁੰਗਣੀਆਂ ਵੇਚਣ ਦੀ ਥਾਂ ਤੇ ਗੁਰਸਿੱਖਾਂ ਨੂੰ, ਸਾਧੂਆਂ ਨੂੰ, ਮਹਾਂਪੁਰਖਾਂ ਨੂੰ ਐਵੇਂ ਹੀ ਵੰਡ ਦੇਣੀ। ਜਿੰਨੀ ਕੁ ਵਟਤ ਹੋਣੀ ਘੁੰਗਣੀਆਂ ਬਣਾ ਕੇ ਛੋਲਿਆਂ ਦੀਆਂ ਫਿਰ ਵੇਚਣੀਆਂ, ਪਰ ਸਾਧੂ ਸੰਤਾਂ ਮਹਾਂਪੁਰਖਾਂ ਨੂੰ, ਗੁਰਸਿੱਖਾਂ ਨੂੰ ਐਵੇਂ ਹੀ ਦੇ ਦੇਣੀਆਂ। ਬੜਾ ਪ੍ਰੇਮ ਲੱਗ ਗਿਆ, ਲਗਨ ਲੱਗ ਗਈ। ਤੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਪੁਰਖਾ ਤੂੰ ਕੀ ਕੰਮ ਕਰਦਾ ਹੈ? ਆ ਬਾਹਰਲੀ ਟੋਕਰੀ ਛੱਡ ਦੇ, ਘਰ ਦੀ ਟੋਕਰੀ ਚੱਕ ਲਾ। ਇਹਨਾਂ ਨੇ ਉਹ ਟੋਕਰੀ ਛੱਡਤੀ ਘੁੰਗਣੀਆਂ ਵੇਚਣ ਦੀ, ਸੇਵਾ ਦੀ ਟੋਕਰੀ ਚੱਕ ਲਈ। ਸੇਵਾ ਕਰਨ ਵਿੱਚ ਇੰਨੀ ਲਗਨ ਸੀ ਕਿ ਕੋਈ ਸੁੱਧ ਬੁੱਧ ਨਹੀਂ ਰਹਿੰਦੀ ਸੀ, ਕੋਈ ਪਿੱਛਾ ਨਹੀਂ ਸੀ, ਕੋਈ ਸਹਾਰਾ, ਕੋਈ ਭੈਣ ਭਾਈ ਨਹੀਂ ਸੀ। ਜੇਠਾ ਜੀ ਸੇਵਾ ਕਰਦੇ ਸੀ ਅਣਥੱਕ, ਸੇਵਾ ਵਿੱਚ ਹੀ ਮਿਲੇ ਰਹਿੰਦੇ ਸਨ। ਆ ਇਹ ਸੇਵਾ ਦਾ ਫਲ। ਜਿੰਦਾ ਬਾਪ ਮਾਂ ਨਹੀਂ, ਜਿੰਦਾ ਘਰ ਵੀ ਨਹੀਂ, ਜਿਹਨੂੰ ਨਾਨਕੇ ਵੀ ਨਹੀਂ ਚੱਲਦੇ, ਕਹਿੰਦੇ ਆਪ ਦਾ ਕਮਾ ਕੇ ਖਾ।
ਉਹ ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਦਾ ਹੈ। ਉਹਨੇ ਗੁਰੂ ਅਮਰਦਾਸ ਜੀ ਦੇ ਕੋਲ ਕਾਰ ਸੇਵਾ ਦੀ ਟੋਕਰੀ ਚੱਕ ਲਈ ਸਿਰ ਤੇ, ਸਾਰਾ ਦਿਨ ਸੁੱਧ ਬੁੱਧ ਨਹੀਂ ਰਹਿਣੀ, ਸੇਵਾ ਬੜੀ ਕਰਨੀ। ਤੇ ਗੁਰੂ ਅਮਰਦਾਸ ਜੀ ਕੋਲ ਆਣ ਕੇ ਬੇਨਤੀ ਕੀਤੀ। ਗੁਰੂ ਅਮਰਦਾਸ ਜੀ ਦੇ ਮਹਿਲ ਮਾਤਾ ਜੀ ਨੇ ਕਿ ਬੱਚੀ ਜਵਾਨ ਹੋ ਗਈ, ਇਹਦੇ ਵਾਸਤੇ ਕੋਈ ਘਰ ਦੇਖੀਏ। ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਵੀ ਕਿਹੋ ਜਿਹਾ ਘਰ ਚਾਹੀਦਾ, ਕਿਹੋ ਜਿਹਾ ਮੁੰਡਾ ਚਾਹੀਦਾ। ਬਹੁਤ ਗੁਰਸਿੱਖ ਆਉਂਦੇ ਆ, ਤੁਸੀਂ ਦੇਖ ਲਓ ਕਿਹੋ ਜਿਹਾ ਚਾਹੀਦਾ। ਕਹਿਣ ਲੱਗੇ ਐਸ ਬੱਚੇ ਵਰਗਾ ਹੋਵੇ। ਗੁਰੂ ਰਾਮਦਾਸ ਜੀ ਦਾ ਨਾਮ ਸੀ ਜੇਠਾ। ਇਹ ਜੇਠਾ ਜਵਾਨੀ ਵਿੱਚ, ਭਰ ਜਵਾਨੀ ਵਿੱਚ ਤੇ ਬੜਾ ਸੋਹਣਾ ਸੀ ਤੇ ਸੇਵਾ ਬੜੀ ਕਰਦਾ ਸੀ। ਹਰ ਵੇਲੇ ਮਨ ਖੁੱਬਿਆ ਹੀ ਸੇਵਾ 'ਚ ਰਹਿੰਦਾ ਸੀ। ਗੁਰੂ ਦਿਆਲ ਹੁੰਦੇ ਨੇ ਜਿਨ੍ਹਾਂ ਦਾ ਮਨ ਸੇਵਾ ਵਿੱਚ ਹੀ ਲੱਗ ਜਾਏ, ਹਰੇਕ ਸੇਵਾ ਵਿੱਚ ਅੱਗੇ ਹੋ ਕੇ ਲੱਗਣ, ਪੂਰੀ ਸੇਵਾ ਕਰਨ। ਕਹਿੰਦੇ ਸਾਹਿਬ ਦੀ ਨਜ਼ਰ ਚਲੀ ਜਾਂਦੀ ਉਹਨਾਂ ਤੇ, ਇਹ ਤਾਂ ਬਹੁਤ ਸੇਵਾ ਕਰਦਾ ਹੈ। ਜਿਸ ਬੱਚੇ ਦੇ ਮਾਂ ਬਾਪ ਨਹੀਂ, ਘਰ ਨਹੀਂ, ਕਿਸੇ ਨੇ ਝੱਲਿਆ ਨਹੀਂ, ਨਾਨਕਿਆਂ ਦੇ ਨਾਨੀ ਲੈ ਆਈ, ਨਾਨੀ ਵੀ ਕਹਿੰਦੀ ਕਮਾ, ਬੱਚੇ ਕਮਾ ਕੇ ਖਾਂਦੇ ਆ, ਤੂੰ ਵੀ ਕਮਾ ਕੇ ਖਾ। ਗੁਰੂ ਅਮਰਦਾਸ ਦੇ ਦਰਬਾਰ ਤੇ ਇਹ ਬੱਚਾ ਸੇਵਾ ਕਰਦਾ ਏ। ਕਹਿੰਦੇ ਸਾਰਿਆਂ ਨੇ ਦਾਤਾਂ ਮੰਗ ਲਈਆਂ। ਭਾਨੀ ਨੇ ਸੇਵਾ ਬਹੁਤ ਕੀਤੀ ਸੀ, ਮੰਗਿਆ ਕੁਝ ਨਹੀਂ। ਕਿਹਾ ਤੂੰ ਵੀ ਮੰਗ ਲਾ ਕੁਝ। ਸੇਵਾ ਬੜੀ ਕੀਤੀ ਸੀ। ਉਹਨੇ ਕਿਹਾ ਮਹਾਰਾਜ ਤੁਸੀਂ ਜੋ ਦਿਆਲ ਹੋ ਕੇ ਦਿਓਗੇ, ਤੁਸੀਂ ਸਭ ਕੁਝ ਜਾਣਦੇ ਸੀ। ਮੈਂ ਤਾਂ ਆਖਾਂ ਜੇ ਤੁਸੀਂ ਜਾਣਦੇ ਨਾ ਹੋ। ਮੇਰੇ ਬਹੁਤ ਵੱਡੇ ਭਾਗ ਜਿਹਨੂੰ ਤੁਸੀਂ ਆਪਣੀ ਪੁੱਤਰੀ ਬਣਾਇਆ, ਫਿਰ ਹੋਰ ਵੱਡੇ ਭਾਗ ਜਿਹੜਾ ਮੈਨੂੰ ਪਤੀ ਬਖਸ਼ਿਆ ਉਹ ਰੱਬ ਵਰਗਾ ਹੈ, ਨਿਰੰਕਾਰ ਵਰਗਾ। ਇਹ ਨਹੀਂ ਕਿਹਾ ਪਿਤਾ ਜੀ ਇਹਦਾ ਘਰ ਨਹੀਂ, ਇਹ ਤਾਂ ਇੱਥੋਂ ਦਾ ਦਾਸ ਹੈ। ਕਿਸੇ ਵੱਡੇ ਘਰ 'ਚ ਵੀ ਆਓ ਜਿੱਥੇ ਮਾਇਆ ਪਦਾਰਥ ਬਹੁਤ ਕੁਝ ਹੋਵੇ। ਜਦੋਂ ਮਾਤਾ ਜੀ ਨੇ ਬੇਨਤੀ ਕੀਤੀ ਕਿ ਇਹੋ ਜਿਹਾ ਮੁੰਡਾ ਹੋਵੇ, ਗੁਰੂ ਅਮਰਦਾਸ ਕਹਿੰਦੇ ਇਹਦੇ ਵਰਗਾ ਤਾਂ ਇਹੋ ਹੀ। ਭਾਨੀ ਪੁੱਤਰੀ ਨੂੰ ਪੁੱਛਿਆ ਤੈਨੂੰ ਮਨਜ਼ੂਰ ਹੈ? ਕਹਿੰਦੇ ਪਿਤਾ ਜੀ ਜਿੱਥੇ ਵੀ ਤੁਸੀਂ ਰੱਖੋ ਮਨਜ਼ੂਰ ਹੈ, ਜਿਵੇਂ ਵੀ ਰੱਖੋ ਮੈਨੂੰ ਮਨਜ਼ੂਰ ਹੈ। ਜਿੰਦੇ ਵੀ ਲੜ ਲਾਓਗੇ ਮੈਂ ਤੁਹਾਡੀ ਸਮੱਤ ਅਨੁਸਾਰ ਉਸੇ ਨੂੰ ਹੀ ਰੱਬ ਮੰਨ ਲਾਂਗੀ, ਉਸੇ ਨੂੰ ਸਭ ਕੁਝ ਮੰਨ ਲਾਂਗੀ। ਜਿੰਦਾ ਘਰ-ਬਾਰ ਪਰਿਵਾਰ ਨਹੀਂ, ਜਿਹੜਾ ਮਿੱਟੀ ਢੋਂਦਾ ਹੈ, ਸੇਵਾ ਕਰਦਾ ਹੈ, ਦਾਸ ਹੈ। ਫਿਰ ਦਾਸ ਦੇ ਉੱਤੇ ਕਿਰਪਾ ਕੀਤੀ, ਬੀਬੀ ਭਾਨੀ ਦਾ ਸੰਜੋਗ ਜੋੜਿਆ, ਉਹਨੇ ਨਿਰੰਕਾਰ ਕਰਕੇ ਮੰਨਿਆ। ਇੱਕ ਵਾਰੀ ਗੁਰੂ ਅਮਰਦਾਸ ਕਹਿਣ ਲੱਗੇ ਭਾਨੀ ਅਸੀਂ ਕਦੀ ਜੇਠੇ ਨੂੰ ਦੇਖਿਆ ਨਹੀਂ, ਸਾਡੇ ਕੋਲ ਆਉਂਦਾ ਹੀ ਨਹੀਂ, ਮਿਲਦਾ ਹੀ ਨਹੀਂ, ਕਿੱਥੇ ਰਹਿੰਦਾ ਹੈ? ਬੀਬੀ ਭਾਨੀ ਕਹਿਣ ਲੱਗੀ ਗਰੀਬ ਨਵਾਜੋ ਤੁਹਾਡੇ ਹੁਕਮ ਦਾ ਬੱਧਾ ਹੋਇਆ ਕਾਰ 'ਚ ਲੱਗਿਆ ਹੋਇਆ, ਹਨੇਰੇ ਸੇਵਾ ਤੋਂ ਉੱਠਦਾ ਹੈ, ਸਵੇਰੇ ਫਿਰ ਜਾ ਕੇ ਸਾਰਾ ਸਮਾਨ ਰੱਖਦਾ ਹੈ। ਉਹਨੂੰ ਕਾਰ 'ਚ ਲੱਗੇ ਹੋਏ ਨੂੰ ਵਕਤ ਹੀ ਨਹੀਂ, ਉਹ ਤੁਹਾਡੇ ਹੁਕਮ ਦੇ ਵਿੱਚ ਹੀ ਮਿਟਿਆ ਹੋਇਆ। ਤੇ ਗੁਰੂ ਅਮਰਦਾਸ ਕਹਿਣ ਲੱਗੇ ਸੇਵਾ ਵੀ ਐਸੀ ਹੋਣੀ ਚਾਹੀਦੀ,
सेवा दे विच सेवादार सेवा दा रूप ही हो जाए। गुरु अमरदास जी प्रसन्न हो गए कि जिन्हों साडे हुक्म नाल प्यार है, साडी आग्या नाल प्यार है, सारा दिन सेवा विच लग्या होया है। इहो जी तां मूर्ति सेवा करन वाली रब दी मूर्ति बन जाती। सेवा करन वाले नूं आखां ते की आखां। सेवा करन वाले दी ना मैनू समझ आखे, जे मैं आखां ते इनू की आखां। सेवा करन वाले दी ना मैनू समझ आउंदी। कहंदे फिर की आखां। सेवा करन वाले तो मैं घोल कत्ती, जिन्हें इन्नी गुरुआं दी सेवा की मैं उनकी जिंद घोल घुमा दियां। सेवा करन वाले तो मैं घोल कत्ती ते सेवा करन वाले नूं मैं जी आखां। हर वेले दूजी गल ना बोलना, जो भी कहन जी, जो भी हुक्म करन जी, कुछ भी मिठा बचन कौड़ा बचन जी, दुखे सुखे जी, खुशी है नाराजगी है जी, बस इको बचन सीखना। जे आखां ते मैं सेवा करन वाले नूं जी आखां। सेवा करन वाले दी ना मैनू समझ आवे, जे आखां ते मैं इसनूं की आखां। सेवा करन वाले तो मैं घोल कत्ती, सेवा करन वाले नूं मैं जी आखां। सेवा वाले करन वाले तो तानू गुरु अमरदास जी महाराज कुर्बान हो गए। पानी ने कोई मंगिया ना, कहन लगे पुत्री तेरे पति की तो उम्र खत्म हो गई। आखो से गुरु अमरदास दरगाह नूं जान लग तैयारी कर ली है, साडा समा आ गया है। मंगला कोई बेटी महाराज तुसी जानी जान जी। हुण सेवा इन्नी सी पानी दी ते जेठे दी, दोनों दी पति पत्नी दी। इन्नी रिजा विच इन्ने हुक्म विच रहिंदे सी। गुरु अमरदास कहन लगे, उन्हें मंगिया नहीं कोई भी, कहन लगे फिर आपदी उम्र असी बाकी जेठे नूं देने आ। साडी इन्नी उम्र, इन्ने साल 6 साल पता नहीं किन्ने रह गए, ये असी इनू देने आ। ते जेड़ी सानू परमेश्वर ने सेवा ड्यूटी पदवी लाई वो भी इसनू देने। आखो सी दयाल होए ते सब कुछ ही बख्श दिता उन्होंने। जिन्हें कदी उच्ची आवाज़ नहीं कढ़ी सी, जिहड़ी कदी बोली नहीं सी बेटी पुत्री, पिता नूं प्यार नाल इशनान कराउंदी सी। इशनान करदिआं पावा टुट गया पीढ़ी दा, थले हथ रख दिता कि महाराज दी समाधि ना हिले। पावे दे थले पावा हथ च खुब गया, खून ही खून हो गया। देखिया खून कित्थों, देखिया हथ रखिया थले ते दयाल हो गए गुरु अमरदास। लै तू साडी पीढ़ी थले हथ कुर्बान करता है ना, ते साडा भी हथ तेरे सिर ते जाएगा ते कुर्बान हो जाएगा। वाह जे तू साडी सेवा थले हथ रखिया है ते हथ दी परवाह नहीं कीती, ते जिथे गुरु अमरदास दा हथ आ जाएगा उत्थे फिर पिछे रह ही जाएगा। ते गुरु रामदास की कहंदे आ, मेरे हियरे रतन नाम हर बसिया, गुरु हाथ धरियो मेरे माथा। जिन्हां दी सेवा विच हथ रखे हुए सी, हर वेले हाजिर, उस दाते ने सिर ते हथ रखते, गुरु हाथ धरियो मेरे माथा। ते फिर जन्म जन्म के किल विख दुख उतरे, गुरु नाम दियो रिन लाथा। मेरे सतगुरु बड़े समर्थ, मेरे सिर ते रखिया हाथ।
दयाल हो गए। समरथ गुरु सिर हथ धरियो, गुर कीनी कृपा हर नाम दियो। उस हथ की सेवा ने गुरु दे हथ ले आंदे, जिन्हां दे नाल गुरु दा हथ है। फिर हथ की बड़ी कीमत है। हमरी गंत ना गणिया काई, अपना बिरद हाथ दे रख कर अपने, सदा सदा रंग मान। हथ रखता गुरु ने सिर दे उपर, ते सारे दुख तकलीफां भुल गईयां। धन गुरु रामदास जी बन गए। तन तन रामदास गुर, जिन सिरिया तिने सवारिया। सारियां बख्शिशां गुरु नानक वालियां, गुरु अंगद साहब वालियां, गुरु अमरदास दास जी वालियां, सारियां बख्शिशां गुरु रामदास के घर विच आ गई। ते सारी दुनिया के हथ अज गुरु रामदास जी बैठा। सोडी पातशाह रामदास सतगुरु कहावे। अज अमृतसर विच बैठे जोत जगा रहे ने, रामदास सतगुरु कहा रहे ने, सब दियां इच्छा मुरादा पूरियां कर रहे ने। धन गुरु रामदास जी जेड़े कहंदे आ मैं निमाणा निताणा न्योटा निआसरा निगता नपता, कुछ भी नहीं, जिंदा कोई नहीं, उनदे ने गुरु अमरदास जी। आखो सी वाहिगुरु। सतनाम श्री वाहिगुरु साहिब।